ਗੁੱਡ ਮਾਰਨਿੰਗ ਸਟੂਡੈਂਟ। ਬੇਟਾ ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ 8 ਮੂਰਖ ਰਾਜਾ ਬਾਰੇ ਪੜ੍ਹਾਂਗੇ। ਇਸ ਦਾ ਨਾਮ ਹੈ ਮੂਰਖ ਰਾਜਾ। ਮਤਲਬ ਕਿ ਇੱਕ ਰਾਜਾ ਹੈ, ਉਹਦੀ ਮੂਰਖਤਾ ਬਾਰੇ ਦੱਸਿਆ ਗਿਆ ਹੈ। ਠੀਕ ਹੈ, ਕਿ ਉਹ ਆਪਣੇ ਰਾਜ ਦੇ ਵਿੱਚ ਕਿਸ ਤਰ੍ਹਾਂ ਆਪਣੀ ਪ੍ਰਜਾ ਦੇ ਨਾਲ ਵਿਵਹਾਰ ਕਰਦਾ ਸੀ, ਕਿ ਉਹ ਕਿਸੇ ਦੀ ਗੱਲ ਵਿੱਚ ਵੀ ਆ ਜਾਂਦਾ ਸੀ। ਉਹਨੂੰ ਸਾਰੇ ਲੋਕ ਕਿਆ ਸੱਦਣ ਲੱਗ ਪਏ ਸੀ ਫਿਰ? ਮੂਰਖ ਰਾਜਾ। ਠੀਕ ਹੈ, ਉਹ ਜ਼ਿਆਦਾ ਕਰਕੇ ਆਪਣੀ ਜਿਹੜੀ ਪ੍ਰਸ਼ੰਸਾ ਸੁਣਨਾ ਪਸੰਦ ਕਰਦਾ ਸੀ। ਠੀਕ ਹੈ, ਇਸ ਕਰਕੇ ਉਹਨੂੰ ਸਾਰੇ ਕਿਆ ਸੱਦਣ ਲੱਗ ਪਏ? ਮੂਰਖ ਰਾਜਾ। ਕਿ ਰਾਜਾ ਜਿਹੜਾ ਸਾਡਾ ਕਿਆ ਹੈ? ਮੂਰਖ ਹੈ। ਬਹੁਤ ਪੁਰਾਣੀ ਗੱਲ ਹੈ, ਇੱਕ ਸੀ ਮੂਰਖ ਰਾਜਾ। ਇਹ ਰਾਜਾ ਸ਼ਕਲ ਦਾ ਵੀ ਮੋਟਾ ਸੀ ਅਤੇ ਅਕਲ ਦਾ ਵੀ। ਜੇ ਕਿਤੇ ਕੋਈ ਉਸ ਦੀ ਪ੍ਰਸ਼ੰਸਾ ਕਰ ਦਿੰਦਾ ਤਾਂ ਉਹ ਫੁੱਲਿਆਂ ਨਾ ਸਮਾਉਂਦਾ। ਜਿਸ ਉੱਪਰ ਉਹ ਬਹੁਤ ਖੁਸ਼ ਹੁੰਦਾ ਉਸ ਨੂੰ ਮਾਲਾ ਮਾਲ ਕਰ ਦਿੰਦਾ। ਉਸੇ ਰਾਜ ਦਾ ਇੱਕ ਮੰਤਰੀ ਸੀ, ਉਹ ਬੜਾ ਚਲਾਕ ਅਤੇ ਚਾਪਲੂਸ ਸੀ। ਉਹ ਸਦਾ ਰਾਜੇ ਨੂੰ ਵਡਿਆਉਂਦਾ ਰਹਿੰਦਾ। ਰਾਜਾ ਉਸ ਤੋਂ ਬਹੁਤ ਖੁਸ਼ ਸੀ। ਉਹ ਮੰਤਰੀ ਰਾਜੇ ਦਾ ਸਲਾਹਕਾਰ ਵੀ ਸੀ। ਹਰ ਛੋਟੀ ਮੋਟੀ ਗੱਲ ਉੱਪਰ ਉਹ ਰਾਜੇ ਨੂੰ ਸਲਾਹ ਦਿੰਦਾ ਅਤੇ ਰਾਜਾ ਉਸ ਦੀ ਸਲਾਹ ਮੰਨ ਵੀ ਲੈਂਦਾ। ਰਾਜਾ ਸੋਚਦਾ ਇਹ ਮੰਤਰੀ ਉਸਦਾ ਸ਼ੁਭ ਚਿੰਤਕ ਹੈ। ਬੇਟਾ ਪਰ ਉਹ ਉਹਦਾ ਸ਼ੁਭ ਚਿੰਤਕ ਨਹੀਂ ਸੀ। ਉਹ ਉਸਨੂੰ ਵਡਿਆਉਂਦਾ ਸੀ, ਉਹਦੀ ਚਾਪਲੂਸੀ ਕਰਦਾ ਸੀ। ਇੱਕ ਦਿਨ ਗੱਲਾਂ ਵਿੱਚ ਉਸ ਨੇ ਮੰਤਰੀ ਨੂੰ ਕਿਹਾ, ਮੰਤਰੀ ਜੀ ਤੁਸੀਂ ਮੇਰੇ ਬੜੇ ਚੰਗੇ ਮਿੱਤਰ ਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵਾਅਦਾ ਕਰੋ ਕਿ ਸਦਾ ਮੇਰਾ ਸਾਥ ਦਿਓਗੇ। ਮਹਾਰਾਜਾ ਨੇ ਬੜਾ ਕਿਸਮਤ ਵਾਲਾ ਮਹਾਰਾਜ ਮੈਂ ਤਾਂ ਬੜਾ ਕਿਸਮਤ ਵਾਲਾ ਹਾਂ ਜੋ ਤੁਹਾਡੀ ਸੇਵਾ ਦਾ ਮੌਕਾ ਮੈਨੂੰ ਮਿਲਿਆ ਹੈ। ਮੈਂ ਭਲਾ ਤੁਹਾਨੂੰ ਛੱਡ ਕੇ ਕਿੱਥੇ ਜਾਣਾ ਹੈ? ਮੈਂ ਤਾਂ ਹਰ ਥਾਂ ਨਰਕ ਸਵਰਗ ਵਿੱਚ ਵੀ ਤੁਹਾਡਾ ਸਾਥ ਦਿਆਂਗਾ। ਮੰਤਰੀ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਖੁਸ਼ ਹੋਇਆ। ਇੱਕ ਵਾਰ ਉਹ ਦੋਵੇਂ ਸ਼ਾਮ ਵੇਲੇ ਸੈਰ ਕਰਕੇ ਮਹਿਲ ਵੱਲ ਵਾਪਸ ਪਰਤ ਰਹੇ ਸਨ। ਨੇੜਿਓਂ ਦੀ ਜੰਗਲ 'ਚੋਂ ਲੂੰਬੜੀਆਂ ਦੇ ਹੂਕਣ ਦੀ ਆਵਾਜ਼ ਸੁਣਾਈ ਦਿੱਤੀ। ਸ਼ਾਮ ਵੇਲੇ ਲੂੰਬੜੀਆਂ ਹੂਕਾਂ ਲਾਉਂਦੀਆਂ ਹਨ, ਇਹ ਉਹਨਾਂ ਦੀ ਆਦਤ ਹੈ। ਰਾਜੇ ਨੇ ਪੁੱਛਿਆ, ਇਹ ਲੂੰਬੜੀਆਂ ਇੰਨਾ ਰੌਲਾ ਕਿਉਂ ਪਾ ਰਹੀਆਂ ਹਨ? ਮਹਾਰਾਜ, ਇਹ ਰੌਲਾ ਨਹੀਂ ਪਾ ਰਹੀਆਂ, ਇਹ ਤਾਂ ਰੋ ਰਹੀਆਂ ਹਨ, ਕਿਉਂਕਿ ਇਹਨਾਂ ਕੋਲ ਸਰਦੀ ਦੇ ਮੌਸਮ ਲਈ ਰਜਾਈਆਂ ਨਹੀਂ ਹਨ। ਇਹ ਤਾਂ ਰਜਾਈਆਂ ਲਈ ਮਹਾਰਾਜ ਅੱਗੇ ਆਪਣੀ ਬੇਨਤੀ ਕਰ ਰਹੀਆਂ ਹਨ। ਅੱਛਾ, ਇਹ ਗੱਲ ਹੈ ਤਾਂ ਹੁਕਮ ਦੇ ਦਿਓ ਕਿ ਇਹਨਾਂ ਨੂੰ ਗਰਮ ਰਜਾਈਆਂ ਅਤੇ ਕੰਬਲਾਂ ਦਾ ਪ੍ਰਬੰਧ ਕੀਤਾ ਜਾਵੇ। ਮਨ ਹੀ ਮਨ ਵਿੱਚ ਰਾਜਾ ਬੜਾ ਖੁਸ਼ ਹੋਇਆ ਕਿ ਮੇਰਾ ਬੜਾ ਸਿਆਣਾ ਮੰਤਰੀ ਹੈ ਜੋ ਜਾਨਵਰਾਂ ਦੀ ਬੋਲੀ ਵੀ ਸਮਝਦਾ ਹੈ। ਰਾਜੇ ਨੇ ਹੁਕਮ ਦੀ ਪਾਲਣਾ ਕੀਤੀ ਗਈ। ਰਜਾਈਆਂ ਅਤੇ ਕੰਬਲ ਲਈ ਮਿਲੇ ਪੈਸੇ ਮੰਤਰੀ ਨੇ ਖੁਦ ਰੱਖ ਲਏ। ਪਰ ਅਗਲੇ ਦਿਨ ਸ਼ਾਮ ਵੇਲੇ ਫਿਰ ਉਹੀ ਰੌਲਾ ਸੁਣਾਈ ਦੇ ਰਿਹਾ ਸੀ। ਰਾਜਾ ਬੜਾ ਪਰੇਸ਼ਾਨ ਹੋਇਆ। ਉਸਨੇ ਮੰਤਰੀ ਨੂੰ ਪੁੱਛਿਆ ਕਿ ਲੂੰਬੜੀਆਂ ਨੂੰ ਕੰਬਲ ਅਤੇ ਰਜਾਈਆਂ ਨਹੀਂ ਦਿੱਤੀਆਂ ਗਈਆਂ? ਮੰਤਰੀ ਨੇ ਉੱਤਰ ਦਿੱਤਾ, ਮਹਾਰਾਜ ਅੱਜ ਇਹ ਕੁਝ ਮੰਗ ਨਹੀਂ ਰਹੀਆਂ, ਇਹ ਤਾਂ ਸਗੋਂ ਤੁਹਾਡੇ ਦਿੱਤੇ ਕੰਬਲਾਂ ਅਤੇ ਰਜਾਈਆਂ ਲਈ ਤੁਹਾਡਾ ਧੰਨਵਾਦ ਕਰ ਰਹੀਆਂ ਹਨ। ਰਾਜੇ ਨੇ ਸੋਚਿਆ ਉਸ ਦਾ ਮੰਤਰੀ ਬੜਾ ਅਕਲਮੰਦ ਹੈ। ਉਹ ਬੜਾ ਖੁਸ਼ ਹੋਇਆ। ਉੱਧਰ ਮੰਤਰੀ ਨੂੰ ਵੀ ਮੌਕਾ ਮਿਲ ਗਿਆ ਕਿ ਉਹ ਆਪਣੇ ਦੁਸ਼ਮਣਾਂ ਦਾ ਖਾਤਮਾ ਕਰ ਸਕੇ। ਅਗਲੇ ਦਿਨ ਜਦੋਂ ਮੰਤਰੀ ਤੇ ਰਾਜਾ ਸੈਰ ਕਰਨ ਜਾ ਰਹੇ ਸਨ ਤਾਂ ਉਹਨਾਂ ਇੱਕ ਜੰਗਲੀ ਸੂਰ ਵੇਖਿਆ। ਰਾਜੇ ਨੇ ਕਦੇ ਸੂਰ ਨਹੀਂ ਸੀ ਦੇਖਿਆ। ਉਸਨੇ ਮੰਤਰੀ ਨੂੰ ਪੁੱਛਿਆ, ਮੰਤਰੀ ਜੀ ਭਲਾ ਇਹ ਕਿਹੜਾ ਜਾਨਵਰ ਹੈ? ਮੰਤਰੀ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਕਹਿਣ ਲੱਗਿਆ ਕਿ ਇਹ ਤਾਂ ਆਪਣੇ ਹਾਥੀਖਾਨੇ ਦਾ ਹਾਥੀ ਹੈ। ਦੇਖੋ ਬੇਟਾ, ਉਹਨੇ ਸੂਰ ਨੂੰ ਹਾਥੀ ਕਿਹਾ। ਕਿੰਨਾ ਚਲਾਕ ਹੈ ਮੰਤਰੀ। ਹਾਥੀ ਇੰਨਾ ਛੋਟਾ, ਪਰ ਹਾਥੀ ਤਾਂ ਛੋਟਾ ਨਹੀਂ ਹੁੰਦਾ। ਮਹਾਰਾਜ ਇਹ ਤਾਂ ਹਾਥੀ ਹੀ ਹੈ, ਪਰ ਆਪਣੇ ਹਾਥੀਖਾਨੇ ਦਾ ਅਫਸਰ ਬੜਾ ਬੇਈਮਾਨ ਹੈ। ਉਹ ਹਾਥੀਆਂ ਨੂੰ ਪੂਰੀ ਖੁਰਾਕ ਨਹੀਂ ਦਿੰਦਾ, ਇਸੇ ਲਈ ਤਾਂ ਇਹ ਛੋਟਾ ਜਿਹਾ ਰਹਿ ਗਿਆ। ਰਾਜੇ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ। ਉਸਨੇ ਹਾਥੀਖਾਨੇ ਦੇ ਅਫਸਰ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਅਤੇ ਮੰਤਰੀ ਨੂੰ ਹੁਕਮ ਦਿੱਤਾ ਕਿ ਹਾਥੀਖਾਨੇ ਲਈ ਖਾਸ ਖੁਰਾਕ ਦਾ ਪ੍ਰਬੰਧ ਕੀਤਾ ਜਾਵੇ। ਮੰਤਰੀ ਨੇ ਇਹ ਪੈਸੇ ਵੀ ਆਪ ਰੱਖ ਲਏ। ਕੁਝ ਦਿਨਾਂ ਬਾਅਦ ਸ਼ਾਮ ਵੇਲੇ ਸੈਰ ਕਰਦਿਆਂ ਉਹ ਸੂਰ ਫਿਰ ਅੱਗੋਂ ਆ ਗਿਆ। ਰਾਜੇ ਨੇ ਫਿਰ ਪੁੱਛਿਆ ਕਿ ਹਾਥੀ ਦੀ ਸਿਹਤ ਹਾਲੇ ਤੱਕ ਠੀਕ ਕਿਉਂ ਨਹੀਂ ਹੋਈ? ਰਾਜੇ ਦੀ ਮੂਰਖਤਾ ਦਾ ਲਾਭ ਲੈਂਦਿਆਂ ਮੰਤਰੀ ਨੇ ਕਿਹਾ, ਇਹ ਤਾਂ ਆਪਣੇ ਮਹਿਲਾਂ ਦਾ ਚੂਹਾ ਹੈ। ਮਹਿਲ ਦਾ ਚੂਹਾ? ਪਰ ਚੂਹੇ ਤਾਂ ਇੰਨੇ ਮੋਟੇ ਨਹੀਂ ਹੁੰਦੇ। ਮਹਾਰਾਜ, ਅਸਲ ਵਿੱਚ ਆਪਣਾ ਰਸੋਈਆ ਬੜਾ ਲਾਪਰਵਾਹ ਹੈ।
ਖੁਰਾਕ ਦਾ ਧਿਆਨ ਨਹੀਂ ਰੱਖਦਾ। ਚੂਹੇ ਖੂਬ ਮੌਜਾਂ ਕਰਦੇ ਫਿਰਦੇ ਹਨ। ਰਸੋਈ ਦਾ ਮਾਲ ਖਾ ਖਾ ਕੇ ਇਹ ਚੂਹਾ ਇੰਨਾ ਮੋਟਾ ਤਾਜ਼ਾ ਹੋ ਗਿਆ ਹੈ। ਰਾਜੇ ਨੂੰ ਬਹੁਤ ਗੁੱਸਾ ਆਇਆ। ਉਸ ਨੇ ਰਸੋਈਏ ਨੂੰ ਵੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਹ ਭੱਜਿਆ ਭੱਜਿਆ ਮੰਤਰੀ ਕੋਲ ਆਇਆ। ਮੰਤਰੀ ਜੀ, ਬੜੀ ਗਲਤੀ ਹੋ ਗਈ, ਕਿਸੇ ਤਰ੍ਹਾਂ ਹੁਣ ਜਾਨ ਬਚਾ ਲਓ, ਫਿਰ ਅੱਗਿਓਂ ਔਖਿਓ ਆਖੋਗੇ ਉਵੇਂ ਹੀ ਕਰ ਲਵਾਂਗਾ। ਉਸਨੇ ਉਸ ਦੀ ਮੱਤ ਨੂੰ ਮੋਟੀ ਰਕਮ ਦੇਣ ਦੇ ਇਕਰਾਰ ਕੀਤਾ। ਮੰਤਰੀ ਨੇ ਉਸੇ ਵੇਲੇ ਰਾਜੇ ਨੂੰ ਕਿਹਾ, ਮਹਾਰਾਜ, ਬੜੀ ਗਲਤੀ ਹੋ ਗਈ ਹੈ। ਆਸਮਾਨ ਤੋਂ ਇਹ ਆਵਾਜ਼ ਸੁਣਾਈ ਦਿੱਤੀ ਹੈ, ਜੇ ਇਸੇ ਵੇਲੇ ਰਸੋਈਏ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਇਹ ਤਾਂ ਬੜਾ ਸ਼ੁਭ ਸਮਾਂ ਹੈ। ਜੋ ਵੀ ਇਸ ਵੇਲੇ ਮਰੇਗਾ ਉਹ ਸਿੱਧਾ ਸਵਰਗਾਂ ਨੂੰ ਜਾਵੇਗਾ। ਭਲਾ ਇਸ ਅਪਰਾਧੀ ਦਾ ਸਵਰਗਾਂ ਵਿੱਚ ਕੀ ਕੰਮ? ਰਾਜੇ ਨੇ ਸੋਚਿਆ ਕਿ ਉਸ ਦਾ ਮੰਤਰੀ ਠੀਕ ਕਹਿੰਦਾ ਹੈ। ਉਹ ਕਹਿਣ ਲੱਗਾ, ਮੈਂ ਤਾਂ ਖੁਦ ਵੀ ਬੜੀ ਦੇਰ ਤੋਂ ਸਵਰਗਾਂ ਵਿੱਚ ਜਾਣਾ ਚਾਹੁੰਦਾ ਸੀ, ਸੋ ਪਹਿਲਾਂ ਮੈਨੂੰ ਹੀ ਸਵਰਗ ਵਿੱਚ ਭੇਜ ਦਿਓ। ਇਹ ਆਖ ਕੇ ਉਹ ਆਪ ਫਾਂਸੀ ਦੇ ਰੱਸੇ ਕੋਲ ਜਾ ਖੜਾ ਹੋਇਆ। ਫਿਰ ਥੋੜ੍ਹਾ ਰੁਕ ਕੇ ਕਹਿਣ ਲੱਗਾ, ਮੰਤਰੀ ਜੀ, ਤੁਹਾਡਾ ਮੇਰੇ ਨਾਲ ਵਾਅਦਾ ਸੀ ਕਿ ਸਵਰਗਾਂ ਵਿੱਚ ਵੀ ਤੁਸੀਂ ਮੇਰੇ ਨਾਲ ਹੀ ਰਹੋਗੇ। ਚਲੋ ਇਕੱਠੇ ਹੀ ਚੱਲਦੇ ਹਾਂ। ਮੈਂ ਇਕੱਲਾ ਸਵਰਗਾਂ ਵਿੱਚ ਕੀ ਕਰਾਂਗਾ? ਰਾਜੇ ਨੇ ਹੁਕਮ ਦਿੱਤਾ ਕਿ ਪਹਿਲਾਂ ਮੰਤਰੀ ਨੂੰ ਫਾਂਸੀ ਦਿੱਤੀ ਜਾਵੇ। ਮੰਤਰੀ ਤਾਂ ਵਿਚਾਰਾ ਬੋਲ ਨਹੀਂ ਸੀ ਸਕਦਾ। ਦਰਬਾਰੀ ਪਹਿਲਾਂ ਹੀ ਉਸ ਤੋਂ ਬੜੇ ਪਰੇਸ਼ਾਨ ਸੀ। ਉਹਨਾਂ ਨੇ ਰਾਜੇ ਦੇ ਹੁਕਮ ਦੀ ਪਾਲਣਾ ਕੀਤੀ। ਝਟਪਟ ਉਸ ਚਲਾਕ ਮੰਤਰੀ ਨੂੰ ਫਾਂਸੀ ਲਾ ਦਿੱਤੀ। ਫਿਰ ਰਾਜੇ ਨੇ ਹੁਕਮ ਦਿੱਤਾ ਕਿ ਉਸ ਨੂੰ ਵੀ ਫਾਂਸੀ ਲਾ ਦਿਓ। ਇਸ ਤਰ੍ਹਾਂ ਮੰਤਰੀ ਦੀ ਚਲਾਕੀ ਤੇ ਚਾਪਲੂਸੀ ਨੇ ਉਸ ਦੀ ਜਾਨ ਲੈ ਲਈ। ਠੀਕ ਹੈ ਬੇਟਾ, ਇਹ ਸੀ ਤੁਹਾਡਾ ਚੈਪਟਰ ਮੂਰਖ ਰਾਜਾ, ਕਿ ਉਹ ਰਾਜਾ ਕਿਸ ਤਰ੍ਹਾਂ ਮੰਤਰੀ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਬੇਵਕੂਫ ਬਣਾਈ ਗਿਆ, ਕਿ ਉਹਨੂੰ ਕੁਛ ਵੀ ਨੌਲੇਜ ਨਹੀਂ ਸੀ ਆਪਣੇ, ਨਾ ਕਿਸੇ ਜਾਨਵਰ ਬਾਰੇ, ਨਾ ਕਿਸੇ ਗੱਲ ਬਾਰੇ। ਠੀਕ ਹੈ, ਫਿਰ ਉਹਦੀ ਚਲਾਕੀ ਕਿਸ ਤਰ੍ਹਾਂ ਪਕੜੀ ਗਈ ਮੰਤਰੀ ਦੀ? ਉਹਦੀ ਚਲਾਕੀ ਕਰਕੇ ਹੀ ਬੇਟਾ ਫਿਰ ਉਹਦੀ ਜਾਨ ਚਲੀ ਗਈ। ਜਦੋਂ ਉਹਨੂੰ ਕਿਹਾ ਸੀ, ਉਹਨੂੰ ਰਸੋਈਏ ਨੂੰ ਫਾਂਸੀ ਦੇਣ ਲੱਗੇ ਤਾਂ ਉਹਨੂੰ ਚਲਾਕੀ ਵਰਤੀ ਕਿ ਇਹਨੂੰ ਰਸੋਈਏ ਨੂੰ ਫਾਂਸੀ ਦੇ ਦੇਣੀ, ਕਹਿ ਦੇਣਾ ਕਿ ਵੀ ਜਿਹੜਾ ਜੋ ਵੀ ਹੈ ਇਸ ਟਾਈਮ ਮਰੇਗਾ ਉਹਨੂੰ ਸਵਰਗ ਵਿੱਚ ਜਾਣਾ। ਫਿਰ ਰਾਜਾ ਕਹਿੰਦਾ, ਮੈਂ ਤਾਂ ਕਾਫੀ ਟਾਈਮ ਤੋਂ ਸੋਚਦਾ ਕਿ ਮੈਂ ਹੀ ਸਵਰਗ ਵਿੱਚ ਜਾਵਾਂ, ਕਿ ਪਹਿਲਾਂ ਮੈਨੂੰ ਫਾਂਸੀ ਦਿੱਤੀ ਜਾਵੇ। ਫਿਰ ਉਹ ਕਹਿੰਦਾ, ਮੰਤਰੀ ਜੀ, ਤੁਸੀਂ ਵੀ ਕਿਹਾ ਸੀ ਕਿ ਸਵਰਗਾਂ 'ਚ ਨੂੰ ਮੇਰੇ ਨਾਲ ਹੀ ਜਾਣਾ। ਠੀਕ ਹੈ, ਕਹਿੰਦਾ ਇਸ ਕਰਕੇ ਪਹਿਲਾਂ ਫਾਂਸੀ ਮੰਤਰੀ ਜੀ ਨੂੰ ਦਿੱਤੀ ਜਾਵੇ। ਬੇਟਾ ਇਸ ਤਰ੍ਹਾਂ ਜਿਹੜਾ ਇਨਸਾਨ ਜ਼ਿਆਦਾ ਚਲਾਕੀ ਕਰਦਾ ਉਹ ਇੱਕ ਨਾ ਇੱਕ ਦਿਨ ਜ਼ਰੂਰ ਆਪਣੀ ਚਲਾਕੀ ਦੇ ਵਿੱਚ ਫਸ ਜਾਂਦਾ। ਇਸੀ ਤਰ੍ਹਾਂ ਇਸ ਮੰਤਰੀ ਦੇ ਨਾਲ ਹੋਈ। ਉਸਨੇ ਵੀ ਜਿਹੜੀ ਚਲਾਕੀ ਕੀਤੀ ਤੇ ਉਹ ਕਿਆ ਹੈ, ਫਸ ਗਿਆ। ਠੀਕ ਹੈ, ਇਹ ਸੀ ਤੁਹਾਡਾ ਚੈਪਟਰ ਮੂਰਖ ਰਾਜਾ।